Hello everyone, this is Kavita here and you are watching Codeity Technologies। ਮੈਨੂੰ ਬਹੁਤ ਸਾਰੇ ਕੁਐਸਚਨਸ ਐਂਡ ਕੁਐਰੀਜ਼ ਆਉਂਦੀਆਂ ਆ ਇੰਸਟਾਗ੍ਰਾਮ ਪੇਜ ਤੇ ਵੀ ਐਂਡ ਰੈਗੂਲਰ ਸਟੂਡੈਂਟਸ ਹੋ ਵੀ ਕਿ ਸਾਨੂੰ ਰੀਡਿੰਗ ਟਾਸਕ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ, ਸਪੈਸ਼ਲੀ ਮੈਚਿੰਗ ਹੈਡਿੰਗ ਐਂਡ ਮੈਚਿੰਗ ਸਟੇਟਮੈਂਟ ਵਾਲੇ ਕੁਐਸਚਨਸ ਦੇ ਵਿੱਚ। ਸੋ ਉਹਨਾਂ ਡਾਊਟ ਨੂੰ ਹੀ ਲੈ ਕੇ ਮੈਂ ਵੀਡੀਓ ਕ੍ਰੀਏਟ ਕਰਨ ਲੱਗੀ ਹਾਂ। ਸੋ ਲੈਟਸ ਬਿਗਿਨ ਦ ਵੀਡੀਓ। ਹੁਣ ਮੇਰੇ ਕੋਲ ਆਹ ਬੁੱਕ ਨੰਬਰ 8 ਦਾ ਟੈਸਟ ਨੰਬਰ 1 ਦੇ ਵਿੱਚ ਰੀਡਿੰਗ ਪੈਸੇਜ 1 ਹੈ, ਅ ਕ੍ਰੋਨਿਕਲ ਆਫ ਟਾਈਮ ਕੀਪਿੰਗ। ਹੁਣ ਇਹਦੇ ਵਿੱਚ ਜਿਹੜੇ ਕੁਐਸਚਨਸ ਹੈਗੇ ਆ ਇਹ ਹੈ ਮੈਚਿੰਗ ਸਟੇਟਮੈਂਟ। ਹੁਣ ਦੇਖੋ ਜਿੱਦਾਂ ਇਹਦੇ ਵਿੱਚ ਕਿਹਾ ਆ, ਵਿਚ ਪੈਰਾਗ੍ਰਾਫ ਕੰਟੇਨਸ ਦਾ ਫੋਲੋਇੰਗ ਇਨਫੋਰਮੇਸ਼ਨ, ਕਿ ਆਹ ਵਾਲੀਆਂ ਜਿਹੜੀਆਂ ਸਟੇਟਮੈਂਟਸ ਹੈਗੀਆਂ ਆ ਇਹ ਕਿਸ ਪੈਰਾਗ੍ਰਾਫ ਦੇ ਵਿੱਚ ਆਉਂਦੀਆਂ ਆ। ਸੋ ਇਹ ਅਸੀਂ ਲੋਕੇਟ ਕਰਨਾ ਹੈ। ਹੁਣ ਦੇਖੋ ਸਟੂਡੈਂਟ ਜਿਹੜੀ ਮੋਸਟ ਆਫ ਦਾ ਟਾਈਮ ਕੀ ਗਲਤੀ ਕਰਦੇ ਆ, ਉਹ ਪਹਿਲਾਂ ਜਿੱਦਾਂ ਹੀ ਉਹਨਾਂ ਨੇ ਪੈਸੇਜ ਦੇਖਿਆ ਪਹਿਲਾਂ ਪੂਰੇ ਸਾਰੇ ਜਿਹੜੇ ਪੈਰਾਗ੍ਰਾਫਸ ਦਿੱਤੇ ਹੋਏ ਆ ਉਹਨਾਂ ਨੂੰ ਪਹਿਲਾਂ ਰੀਡ ਕਰਦੇ ਆ, ਫਟਾਫਟ ਸਕੈਨਿੰਗ ਜਿੱਦਾਂ ਕਹਿੰਦੇ ਕਰਦੇ ਆ। ਸਕੈਨਿੰਗ ਕਰਨ ਤੋਂ ਬਾਅਦ ਦੈਨ ਫਿਰ ਆਪਣੀਆਂ ਸਟੇਟਮੈਂਟਸ ਨੂੰ ਪੜ੍ਹਦੇ ਆ। ਸਟੇਟਮੈਂਟਸ ਨੂੰ ਪੜ੍ਹਨ ਤੋਂ ਬਾਅਦ ਫਿਰ ਦੇਖਦੇ ਆ, ਅੱਛਾ ਕਿਤੇ ਨਾ ਮੈਂ ਪੜ੍ਹਿਆ ਸੀ, ਕਿਤੇ ਪੜ੍ਹਿਆ ਸੀਗਾ। ਸੋ ਇੱਦਾਂ ਉਹ ਆਪਣੇ ਆਨਸਰ ਨੂੰ ਲੋਕੇਟ ਕਰਦੇ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਟਾਈਮ ਜਾਂਦਾ ਹੈ। ਸੋ ਦੇਖੋ ਸਾਡੇ ਕੋਲ 3 ਪੈਸੇਜਸ ਹੁੰਦੇ ਆ ਲੰਬੇ ਅਤੇ ਟਾਈਮ ਸਿਰਫ 60 ਮਿੰਟਸ ਦਾ ਹੁੰਦਾ ਹੈ। ਸੋ ਇੰਨਾ ਟਾਈਮ ਨਹੀਂ ਹੈਗਾ ਕਿ ਅਸੀਂ ਬਾਰ ਇੱਦਾਂ ਦੀਆਂ ਚੀਜ਼ਾਂ ਕਰੀਏ। ਸੋ ਕਰਨਾ ਕੀ ਆ, ਫਸਟ ਜਿੱਦਾਂ ਕਿ ਮੈਂ ਪਹਿਲਾਂ ਵੀ ਆਪਣੀ ਵੀਡੀਓ ਦੇ ਵਿੱਚ ਕਿਹਾ ਸੀਗਾ ਰੀਡਿੰਗ ਟਿਪਸ ਐਂਡ ਟ੍ਰਿਕਸ ਵਾਲੇ ਦੇ ਵਿੱਚ, ਕਿ ਤੁਸੀਂ ਕਦੇ ਵੀ ਰੀਡਿੰਗ ਜਦੋਂ ਅਟੈਂਪਟ ਕਰਨ ਲੱਗਣਾ ਪਹਿਲਾਂ ਤੁਸੀਂ ਕੁਐਸਚਨਸ ਨੂੰ ਅੰਡਰਸਟੈਂਡ ਕਰਨਾ, ਦੈਨ ਯੂ ਹੈਵ ਟੂ ਮੂਵ ਟੂ ਦਾ ਪੈਸੇਜ। ਸੋ ਇਹਦੇ ਵਿੱਚ ਵੀ ਅਸੀਂ ਇਹੀ ਕਰਨਾ, ਅਸੀਂ ਦੇਖਣਾ ਕਿ ਸਟੇਟਮੈਂਟਸ ਜਿਹੜੀਆਂ ਸਾਨੂੰ ਦਿੱਤੀਆਂ ਗਈਆਂ ਆ ਪਹਿਲਾਂ ਅਸੀਂ ਉਹਨੂੰ ਅੰਡਰਸਟੈਂਡ ਕਰੀਏ ਕਿ ਇਹ ਸਟੇਟਮੈਂਟ ਕਹਿਣਾ ਕੀ ਚਾਹ ਰਿਹਾ। ਅਗਰ ਕੁਐਸਚਨ ਸਾਨੂੰ ਅੰਡਰਸਟੈਂਡ ਆਪਾਂ ਕਰ ਪਾਏ ਆ ਦੈਨ ਆਨਸਰ ਲੋਕੇਟ ਕਰਨਾ ਸਾਡੇ ਲਈ ਬਹੁਤ ਜ਼ਿਆਦਾ ਈਜ਼ੀ ਹੋ ਜਾਣਾ ਹੈ। ਆਲਰਾਈਟ, ਸੋ ਹੁਣ ਵੀ ਅਸੀਂ ਇੱਦਾਂ ਹੀ ਕਰਾਂਗੇ। ਪਹਿਲਾਂ ਅਸੀਂ ਇਹਨਾਂ ਸਟੇਟਮੈਂਟਸ ਨੂੰ ਸਮਝ ਲੈਂਦੇ ਕਿ ਇਹ ਸਟੇਟਮੈਂਟਸ ਕਹਿਣਾ ਕੀ ਚਾਹ ਰਹੇ ਆ, ਠੀਕ ਹੈ। ਅਤੇ ਇੱਕ ਹੋਰ ਚੀਜ਼ ਜਿਹੜੀ ਕੀ ਕਰਨੀ ਹੈ, ਜਦੋਂ ਵੀ ਸਟੇਟਮੈਂਟਸ ਨੂੰ ਤੁਸੀਂ ਸਮਝਣਾ ਹੈ ਉਹਦੇ ਵਿੱਚ ਆਪਣੇ ਜਿਹੜੇ ਮੇਨ ਕੀਵਰਡਸ ਹੁੰਦੇ ਆ ਤੁਹਾਡੇ ਨਾ ਫੋਕਸ ਕੀਵਰਡਸ, ਉਹਨਾਂ ਨੂੰ ਅੰਡਰਲਾਈਨ ਕਰ ਲੈਣਾ, ਠੀਕ ਹੈ। ਸੋ ਚਲੋ ਆਪਾਂ ਸਟਾਰਟ ਕਰਦੇ ਹਾਂ। ਜਿੱਦਾਂ ਕਿ ਇਹਦੇ ਵਿੱਚ ਲਿਖਿਆ ਗਿਆ ਪਹਿਲੀ ਸਟੇਟਮੈਂਟ, ਅ ਡਿਸਕ੍ਰਿਪਸ਼ਨ ਆਫ ਐਨ ਅਰਲੀ ਟਾਈਮ ਕੀਪਿੰਗ ਇਨਵੈਂਸ਼ਨ ਅਫੈਕਟਡ ਬਾਏ ਕੋਲਡ ਟੈਂਪਰੇਚਰ। ਹੁਣ ਇਹਦੇ 'ਚ ਜਿਹੜੇ ਮੇਨ ਫੋਕਸ ਕੀਵਰਡਸ ਤੁਹਾਡੇ ਹੈਗੇ ਆ ਉਹ ਕਿਹੜੇ ਆ? ਟਾਈਮ ਕੀਪਿੰਗ, ਅਰਲੀ ਟਾਈਮ ਕੀਪਿੰਗ, ਇਨਵੈਂਸ਼ਨ, ਓਕੇ, ਐਂਡ ਕੋਲਡ ਟੈਂਪਰੇਚਰਸ, ਠੀਕ ਹੈ। ਮਤਲਬ ਕਿ ਇੱਕ ਪੈਰਾਗ੍ਰਾਫ ਦੇ ਵਿੱਚ ਇਸ ਦੀ ਡਿਟੇਲ ਦਿੱਤੀ ਗਈ ਹੈ, ਡਿਸਕ੍ਰਿਪਸ਼ਨ ਦਿੱਤੀ ਗਈ ਆ ਇੱਕ ਅਰਲੀ ਟਾਈਮ ਕੀਪਿੰਗ ਡਿਵਾਈਸ ਦੀ, ਠੀਕ ਹੈ, ਜਿਹੜਾ ਕਿ ਇਨਵੈਂਟ ਕੀਤਾ ਗਿਆ ਸੀ ਬਟ ਉਹਦੇ 'ਤੇ ਇਫੈਕਟ ਪਾਇਆ ਸੀ ਕਿੰਨੇ? ਕੋਲਡ ਟੈਂਪਰੇਚਰਸ ਨੇ, ਠੀਕ ਹੈ। ਅਤੇ ਦੂਸਰੀ ਸਟੇਟਮੈਂਟ ਸਾਨੂੰ ਕੀ ਕਹਿ ਰਹੀ ਹੈ? ਐਨ ਐਕਸਪਲੇਨੇਸ਼ਨ ਆਫ ਦਾ ਇੰਪੋਰਟੈਂਸ ਆਫ ਜਿਓਗ੍ਰਾਫੀ ਇਨ ਦਾ ਡਿਵੈਲਪਮੈਂਟ ਆਫ ਦਾ ਕੈਲੰਡਰ ਇਨ ਫਾਰਮਿੰਗ ਕਮਿਊਨਿਟੀਜ਼। ਹੁਣ ਸਾਡੇ ਕੋਲ ਕੀਵਰਡ ਕਿਹੜੇ ਆ? ਇੱਕ ਜਿਓਗ੍ਰਾਫੀ, ਰਾਈਟ, ਡਿਵੈਲਪਮੈਂਟ ਆਫ ਦਾ ਕੈਲੰਡਰ ਇੱਕ ਸਾਡੇ ਕੋਲ ਮੇਨ ਕੀਵਰਡ ਹੈਗਾ ਹੈ, ਦੈਨ ਫਾਰਮਿੰਗ ਕਮਿਊਨਿਟੀਜ਼, ਠੀਕ ਹੈ। ਉਸ ਪੈਰਾਗ੍ਰਾਫ ਦੇ ਵਿੱਚ ਐਕਸਪਲੇਨੇਸ਼ਨ ਦਿੱਤੀ ਹੋਈ ਹੈ ਕਿਹਦੀ? ਕਿ ਜਿਹੜਾ ਕਿ ਕੈਲੰਡਰ ਬਣਾਇਆ ਗਿਆ ਸੀਗਾ ਫਾਰਮਿੰਗ ਕਮਿਊਨਿਟੀ ਦੇ ਵਿੱਚ, ਠੀਕ ਹੈ, ਜਿਓਗ੍ਰਾਫੀ ਨੂੰ ਧਿਆਨ ਦੇ ਵਿੱਚ ਰੱਖ ਕੇ, ਰਾਈਟ। ਸੋ ਅਸੀਂ ਇਹ ਵੀ ਸਟੇਟਮੈਂਟ ਸਮਝ ਲਈ। ਦੈਨ ਥਰਡ ਸਟੇਟਮੈਂਟ ਕੀ ਕਹਿ ਰਹੀ ਆ? ਅ ਡਿਸਕ੍ਰਿਪਸ਼ਨ ਆਫ ਦਾ ਓਰੀਜਨਸ ਆਫ ਦਾ ਪੈਂਡੂਲਮ ਕਲੋਕ, ਮਤਲਬ ਕਿ ਓਰੀਜਨ ਆਫ ਪੈਂਡੂਲਮ ਕਲੋਕ, ਮਤਲਬ ਕਿ ਕਿਸ ਪੈਰਾਗ੍ਰਾਫ ਦੇ ਵਿੱਚ ਜਿਹੜੀ ਕੀ ਆ ਪੈਂਡੂਲਮ ਕਲੋਕ ਦੀ ਇਨਵੈਂਸ਼ਨ ਜਾਂ ਉਹਦਾ ਓਰੀਜਨ ਦੱਸਿਆ ਗਿਆ ਹੈ, ਠੀਕ ਹੈ। ਦੈਨ ਫੋਰਥ ਸਟੇਟਮੈਂਟ ਹੈ ਡਿਟੇਲਸ ਆਫ ਦਾ ਸਾਈਮਲਟੇਨੀਅਸ ਐਫਰਟਸ ਆਫ ਡਿਫਰੈਂਟ ਸੁਸਾਇਟੀਜ਼ ਟੂ ਕੈਲਕੂਲੇਟ ਟਾਈਮ ਯੂਜ਼ਿੰਗ ਯੂਨੀਫਾਰਮ ਆਵਰਸ। ਹੁਣ ਇਹਦੇ ਵਿੱਚ ਕਿਹੜੀ ਗੱਲ ਹੋਈ ਆ? ਸਾਈਮਲਟੇਨੀਅਸ ਐਫਰਟਸ, ਇਕੱਠੀਆਂ ਐਫਰਟਸ ਕੀਤੀਆਂ ਉਹਨਾਂ ਨੇ। ਡਿਫਰੈਂਟ ਸੁਸਾਇਟੀਜ਼, ਜੋ ਮੇਨ ਵਰਡ ਹੈ ਸਾਡਾ ਇਹ ਹੈ ਡਿਫਰੈਂਟ ਸੁਸਾਇਟੀਜ਼, ਜਿਹਦੇ ਵਿੱਚ ਅਲੱਗ-ਅਲੱਗ ਸੁਸਾਇਟੀਜ਼ ਦੀ ਉਹਨਾਂ ਨੇ ਗੱਲ ਕੀਤੀ ਹੋਵੇ, ਰਾਈਟ, ਟੂ ਕੈਲਕੂਲੇਟ ਟਾਈਮ ਯੂਜ਼ਿੰਗ ਯੂਨੀਫਾਰਮ ਆਵਰਸ, ਠੀਕ ਹੈ। ਸੋ ਇਹ ਅਸੀਂ ਕੀਵਰਡਸ ਇਹਦੇ ਵਿੱਚ ਲੋਕੇਟ ਕਰ ਲਏ, ਠੀਕ ਹੈ, ਕਿ ਅਲੱਗ-ਅਲੱਗ ਸੁਸਾਇਟੀਜ਼ ਨੇ ਐਫਰਟਸ ਲਗਾਏ, ਠੀਕ ਹੈ, ਕਾਹਦੇ ਲਈ? ਕੈਲਕੂਲੇਟ ਟਾਈਮ ਨੂੰ ਕੈਲਕੂਲੇਟ ਕਰਨ ਦੇ ਲਈ, ਠੀਕ ਹੈ। ਯੂਨੀਫਾਰਮ ਆਵਰਸ ਯਾਨੀ ਕਿ ਇਕੁਅਲ ਆਵਰਸ। ਹੁਣ ਇਹਦੇ ਵਿੱਚ ਕੀ ਹੁੰਦਾ, ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਜਿਹੜੀ ਧਿਆਨ ਰੱਖਣ ਲਾਇਕ ਹੈ ਕਿ ਤੁਹਾਨੂੰ ਕਦੇ ਵੀ ਜਿਹੜਾ ਤੁਸੀਂ ਸਟੇਟਮੈਂਟ ਪੜ੍ਹ ਲਈ ਆ ਐਗਜ਼ੈਕਟ ਵਰਡ ਕਦੇ ਵੀ ਪੈਸੇਜ ਦੇ ਵਿੱਚ ਨਹੀਂ ਲਿਖਿਆ ਹੁੰਦਾ। ਯੂ ਹੈਵ ਟੂ ਫਾਈਂਡ ਦਾ ਸਿਨੋਨਮਸ, ਹਮੇਸ਼ਾ ਸਿਨੋਨਮਸ ਹੀ ਉਹਦੇ ਵਿੱਚ ਲਿਖੇ ਹੁੰਦੇ ਆ। ਸੋ ਤੁਹਾਨੂੰ ਵਰਡਸ ਦੇ ਸਿਨੋਨਮ ਪਤਾ ਹੋਣੇ ਚਾਹੀਦੇ ਆ, ਠੀਕ ਹੈ। ਵੋਕੈਬਲਰੀ ਤੁਹਾਡੀ ਦੇ ਲਈ ਥੋੜ੍ਹੀ ਵਧੀਆ ਹੋਣੀ ਚਾਹੀਦੀ ਆ, ਓਕੇ। ਦੈਨ ਹੁਣ ਅਸੀਂ ਸਟੇਟਮੈਂਟ ਸਾਰੀਆਂ ਸਮਝ ਲਈਆਂ, ਹੁਣ ਅਸੀਂ ਮੂਵ ਕਰਦੇ ਹਾਂ ਪੈਸੇਜ ਦੇ ਉੱਤੇ। ਹੁਣ ਅਸੀਂ ਸਾਰੇ ਪੈਰਾਗ੍ਰਾਫਸ ਨੂੰ ਰੀਡ ਕਰਾਂਗੇ, ਰਾਈਟ।
ਕੀ ਚੀਜ਼ ਹੁੰਦੀ ਹੈ, ਜਦੋਂ ਅਸੀਂ ਸਟੇਟਮੈਂਟਸ ਨੂੰ ਸਮਝ ਲਿਆ ਤਾਂ ਸਾਡੇ ਮਾਈਂਡ ਵਿੱਚ ਆ ਜਾਂਦੇ, ਉਹ ਵਰਡਸ ਹਿੱਟ ਹੋ ਜਾਂਦੇ ਆ, ਅਤੇ ਜਦੋਂ ਵੀ ਅਸੀਂ ਆਪਣੇ ਪੈਰਾਗ੍ਰਾਫਸ ਨੂੰ ਪੜ੍ਹਨ ਲੱਗਦੇ ਆ ਸਾਡੇ ਮਾਈਂਡ ਵਿੱਚ ਆਉਂਦਾ, ਅੱਛਾ ਇਹ ਵਰਡ ਇਹ ਤਾਂ ਮੈਂ ਪੜ੍ਹਿਆ ਸੀ, ਕਿਤੇ ਤਾਂ ਪੜ੍ਹਿਆ ਸੀ, ਕਿਤੇ ਤਾਂ ਪੜ੍ਹਿਆ ਸੀ। ਸੋ ਫਿਰ ਅਸੀਂ ਉਸ ਚੀਜ਼ ਨੂੰ ਡੀਪਲੀ ਅੰਡਰਸਟੈਂਡ ਕਰਦੇ ਹਾਂ, ਡੀਪਲੀ ਰੀਡ ਕਰਕੇ। ਰਾਈਟ, ਸੋ ਹੁਣ ਅਸੀਂ ਚਲੋ ਸਟਾਰਟ ਕਰਦੇ ਹਾਂ। ਪਹਿਲਾਂ ਪੈਰਾਗ੍ਰਾਫ ਏ ਕੀ ਕਹਿ ਰਿਹਾ, according to archaeological evidence at least 5000 years ago, long before the advent of the Roman Empire, Babylonians began to measure time introducing calendars। ਹੁਣ ਦੇਖੋ ਇੱਥੇ ਕੈਲੰਡਰਸ ਦੀ ਗੱਲ ਹੋਈ ਆ, ਜੋ ਕੈਲੰਡਰਸ ਮੈਂ ਪੜ੍ਹਿਆ ਸੀਗਾ, ਕਿੱਥੇ ਪੜ੍ਹਿਆ ਸੀਗਾ, ਆ ਦੇਖੋ ਕੈਲੰਡਰ ਦੀ ਗੱਲ ਕੀਤੀ ਗਈ ਆ। ਠੀਕ ਹੈ, ਹੁਣ ਕੈਲੰਡਰ ਦਾ ਚਲੋ ਸਾਨੂੰ ਵਰਡ ਮਿਲ ਗਿਆ, ਇੱਕ ਕੀਵਰਡ ਅਸੀਂ ਲੋਕੇਟ ਕਰ ਲਿਆ, ਬਟ ਹੁਣ ਅਸੀਂ ਇਹ ਦੇਖਣਾ ਕਿ ਉੱਥੇ ਜਿਓਗ੍ਰਾਫੀ ਦੀ ਗੱਲ ਹੋਈ ਆ ਉਸ ਪੈਰਾਗ੍ਰਾਫ ਦੇ ਵਿੱਚ, ਐਂਡ ਫਾਰਮਿੰਗ ਕਮਿਊਨਿਟੀਜ਼ ਦੀ ਗੱਲ ਹੋਈ ਆ। ਅਗਰ ਹੋਈ ਆ ਦੈਨ ਉਹੀ ਸਾਡਾ ਆਨਸਰ, ਅਗਰ ਨਹੀਂ ਹੋਈ ਦੈਨ ਅਸੀਂ ਮੂਵ ਕਰਾਂਗੇ ਨੈਕਸਟ। ਠੀਕ ਹੈ, ਸੋ ਏ ਦੇ ਵਿੱਚ ਮੈਨੂੰ ਕੈਲੰਡਰਸ ਤਾਂ ਮਿਲ ਗਿਆ। ਠੀਕ ਹੈ, ਹੁਣ ਬਾਕੀ ਚੀਜ਼ਾਂ ਦੇਖਦੇ ਹਾਂ। to coordinate communal activities to plan the shipment of goods and in particular to regulate planting and harvesting. They base their calendars on 3 natural cycles: solar day marked by successive periods, light, darkness, earth rotates on axis, lunar months, phases of moon, orbit earth, solar year defined by changing seasons ਦੀ ਗੱਲ ਹੋਈ ਹੈ। then accompany our planet's revolution around the sun। ਹੁਣ ਦੇਖੋ ਕੈਲੰਡਰ ਤਾਂ ਸਾਨੂੰ ਮਿਲ ਗਿਆ ਸੀਗਾ, ਰਾਈਟ, ਸੋ ਕੈਲੰਡਰ ਤਾਂ ਮਿਲ ਗਿਆ, ਬਟ ਇਹਦੇ ਵਿੱਚ ਬਾਕੀ ਚੀਜ਼ਾਂ ਸਾਨੂੰ ਨਹੀਂ ਮਿਲੀਆਂ, ਜਿੱਦਾਂ ਕਿ ਫਾਰਮਿੰਗ ਕਮਿਊਨਿਟੀ ਨਹੀਂ ਮਿਲਿਆ। ਠੀਕ ਹੈ, ਜਿਓਗ੍ਰਾਫੀ ਵੀ ਨਹੀਂ ਮਿਲਿਆ, ਸੋ ਇਹ ਵਾਲੀ ਇਹਦੇ ਵਿੱਚ ਨਹੀਂ ਹੋ ਸਕਦੀ। ਠੀਕ ਹੈ, ਅਸੀਂ ਅੱਗੇ ਮੂਵ ਕਰਦੇ ਹਾਂ। then before the invention of artificial light, the moon had greater social impact, and for those living near the equator in particular, its waxing and waning was more conspicuous than the passing of the seasons। hence the calendars that we developed। ਹੁਣ ਦੇਖੋ ਇੱਥੇ ਵੀ ਕੈਲੰਡਰ ਦੀ ਗੱਲ ਹੋਈ ਹੈ। ਠੀਕ ਹੈ, ਪੜ੍ਹਿਆ ਸੀ ਮੈਂ ਕੈਲੰਡਰ, ਇੱਥੇ ਕੈਲੰਡਰ ਦੀ ਗੱਲ ਹੋਈ ਹੈ। ਕੈਲੰਡਰਸ that were developed ਬਣਾਏ ਗਏ at the lower altitudes। ਆ ਦੇਖੋ ਲੋਅਰ ਲੈਟੀਟਿਊਡਸ, ਹੁਣ ਲੈਟੀਟਿਊਡ ਕਾਹਦੇ ਨਾਲ ਰਿਲੇਟਡ ਹੁੰਦੇ ਆ, ਜਿਓਗ੍ਰਾਫੀ। ਰਾਈਟ, ਇੱਕ ਕੀਵਰਡ ਮਿਲ ਗਿਆ, ਦੇਖੋ ਸਾਨੂੰ ਆ ਵੀ ਮਿਲ ਗਿਆ, ਕੈਲੰਡਰ ਵੀ ਮਿਲ ਗਿਆ, ਜਿਓਗ੍ਰਾਫੀ ਵੀ ਮਿਲ ਗਿਆ। ਹੁਣ ਅਸੀਂ ਇਹ ਦੇਖਣਾ ਕਿ ਇਹਦੇ 'ਚ ਫਾਰਮਿੰਗ ਕਮਿਊਨਿਟੀਜ਼ ਦੀ ਗੱਲ ਕੀਤੀ ਹੈ ਕਿ ਨਹੀਂ ਕੀਤੀ ਹੈ। ਰਾਈਟ, ਸੋ ਲੋਅਰ ਲੈਟੀਟਿਊਡਸ were influenced more by the lunar cycle than by the solar year in more northern climates, however, where seasonal agriculture was practiced। okay, agriculture। ਠੀਕ ਹੈ, ਹੁਣ ਦੇਖੋ ਆ ਵੀ ਵਰਡ ਸਾਨੂੰ ਇੱਕ ਲੋਕੇਟ ਹੋ ਗਿਆ, ਫਾਰਮਿੰਗ, ਓਕੇ, ਐਗਰੀਕਲਚਰ। ਸੋ ਫਾਰਮਿੰਗ ਐਂਡ ਐਗਰੀਕਲਚਰ ਇਹ ਵੀ ਸੇਮ ਹੀ ਹੈ, ਜਿੱਦਾਂ ਮੈਂ ਕਿ ਤੁਹਾਨੂੰ ਕਿਹਾ ਹੀ ਸੀਗਾ ਕਿ ਕਦੇ ਵੀ ਤੁਹਾਨੂੰ ਐਗਜ਼ੈਕਟ ਵਰਡ ਨਹੀਂ ਮਿਲਣਾ, ਤੁਹਾਨੂੰ ਕੀ ਮਿਲਣਾ ਉਹਦੇ ਸਿਨੋਨਿਮਸ। ਸੋ ਸਾਨੂੰ ਇੱਕ ਵਰਡ ਮਿਲ ਗਿਆ ਐਗਰੀਕਲਚਰ। was practiced, the solar year became more crucial as the Roman Empire expanded northward। northward ਇਹ ਵੀ ਜਿਓਗ੍ਰਾਫੀ ਦੀ ਹੀ ਗੱਲ ਹੋਈ ਹੈ ਉਹਦੇ ਵਿੱਚ। ਠੀਕ ਹੈ, it organized its activity chart for the most part around the solar year। ਹੁਣ ਦੇਖੋ ਇਹਦੇ ਵਿੱਚ ਸਾਨੂੰ ਸਾਰੇ ਕੀਵਰਡਸ ਮਿਲ ਗਏ, ਉਹਨਾਂ ਨੇ ਕੈਲੰਡਰ ਡਿਵੈਲਪ ਕੀਤੇ ਗਏ ਸੀ, ਇਹ 'ਚ ਵੀ ਕੀ ਕੀਤਾ ਉਹਨਾਂ ਨੇ, ਇੰਪੋਰਟੈਂਸ ਆਫ ਜਿਓਗ੍ਰਾਫੀ ਇਨ ਦ ਡਿਵੈਲਪਮੈਂਟ ਆਫ ਕੈਲੰਡਰ। ਠੀਕ ਹੈ, ਕੈਲੰਡਰ ਡਿਵੈਲਪ ਕੀਤੇ ਗਏ ਕਾਹਦੇ ਬੇਸ 'ਤੇ, ਇੰਪੋਰਟੈਂਸ ਆਫ ਜਿਓਗ੍ਰਾਫੀ ਨੂੰ ਧਿਆਨ ਵਿੱਚ ਰੱਖ ਕੇ, ਕਿਤੇ ਫਾਰਮਿੰਗ ਕਮਿਊਨਿਟੀ ਦੇ ਵਿੱਚ। ਹੁਣ ਫਾਰਮਿੰਗ ਕਮਿਊਨਿਟੀ ਉਹੀ ਕਮਿਊਨਿਟੀਜ਼ ਆ ਜਿਹੜੀਆਂ ਕਿ ਐਗਰੀਕਲਚਰ ਨੂੰ ਪ੍ਰੈਕਟਿਸ ਕਰਦੀਆਂ ਸੀ। ਠੀਕ ਹੈ, ਐਗਰੀਕਲਚਰ ਕਰਦੀਆਂ ਸੀ। ਸੋ ਸਾਨੂੰ ਸਾਰੇ ਵਰਡਸ ਇਹਦੇ ਵਿੱਚ ਮਿਲ ਗਏ, ਕੈਲੰਡਰਸ ਵੀ ਡਿਵੈਲਪ ਕੀਤੇ ਗਏ ਆ। ਠੀਕ ਹੈ, ਜਿਓਗ੍ਰਾਫੀ ਦੀ ਗੱਲ ਵੀ ਕੀਤੀ ਆ, ਫਾਰਮਿੰਗ ਦੀ ਵੀ ਗੱਲ ਕੀਤੀ ਆ। ਸੋ ਆ ਜਿਹੜਾ ਪੈਰਾਗ੍ਰਾਫ ਬੀ ਆ, ਇਹਦੀ ਸਟੇਟਮੈਂਟ ਕਿਹੜੀ ਹੈ, ਦਿਸ ਵਨ, ਸਟੇਟਮੈਂਟ 2। ਸੋ ਇਹ ਕਿਸ ਪੈਰਾਗ੍ਰਾਫ ਦੇ ਵਿੱਚ ਸਾਨੂੰ ਮਿਲੀ, ਪੈਰਾਗ੍ਰਾਫ ਬੀ ਦੇ ਵਿੱਚ। ਹੁਣ ਨੈਕਸਟ ਚੀਜ਼ ਜਿਹੜੀ ਤੁਸੀਂ ਕਰਨੀ ਹੈ, ਜਿੱਦਾਂ ਹੀ ਤੁਹਾਨੂੰ ਆਨਸਰ ਲੋਕੇਟ ਹੋ ਗਿਆ, ਸੋ ਪੈਰਾਗ੍ਰਾਫ ਬੀ ਦੇ ਵਿੱਚ ਤੁਹਾਨੂੰ ਆਪਣਾ ਆਨਸਰ ਮਿਲ ਗਿਆ, ਦੈਨ ਪੈਰਾਗ੍ਰਾਫ ਬੀ ਨੂੰ ਤੁਸੀਂ ਕੀ ਕਰ ਦੇਣਾ, ਕ੍ਰੋਸ, ਸੋ ਦੈਟ ਤੁਸੀਂ ਇਹਨੂੰ ਦੁਬਾਰਾ ਨਾ ਪੜ੍ਹੋ। ਠੀਕ ਹੈ, ਸੋ ਇਹ ਕ੍ਰੋਸ ਹੋ ਗਿਆ, ਫਿਰ ਦਾ ਸਾਡਾ ਟਾਈਮ ਹੀ ਸੇਵ ਹੁੰਦਾ ਹੈ। ਇਹੀ ਤਾਂ ਚੀਜ਼ ਅਸੀਂ ਕਰਨੀ ਹੁੰਦੀ ਹੈ, ਟਾਈਮ ਨੂੰ ਮੈਨੇਜ ਕਰਨਾ, ਟਾਈਮ ਨੂੰ ਸੇਵ ਕਰਨਾ, ਸੋ ਦੈਟ ਅਸੀਂ ਅਗਲੇ ਕੁਐਸਚਨ ਵੀ ਜਿਹੜੇ ਹੈਗੇ ਆ ਅਟੈਂਪਟ ਕਰ ਪਾਈਏ, ਕਿਉਂਕਿ ਬਹੁਤ ਜ਼ਿਆਦਾ ਟਾਈਮ ਤਾਂ ਮੈਚਿੰਗ ਹੈਡਿੰਗ, ਮੈਚਿੰਗ ਸਟੇਟਮੈਂਟਸ ਨੂੰ ਹੀ ਲੱਗ ਜਾਂਦਾ। ਸੋ ਟਾਈਮ ਮੈਨੇਜਮੈਂਟ ਉਹਦੇ ਵਿੱਚ ਬਹੁਤ ਜ਼ਰੂਰੀ ਹੈ। ਠੀਕ ਹੈ, ਦੈਨ ਬੀ ਮਿਲ ਗਿਆ ਸਾਨੂੰ। ਹੁਣ ਅਸੀਂ ਨੈਕਸਟ ਦੇਖਦੇ ਹਾਂ, ਸੀ ਪੈਰਾਗ੍ਰਾਫ ਪੜ੍ਹਦੇ ਹਾਂ। Centuries before the Roman Empire, the Egyptians had formulated a municipal calendar having 12 months of 30 days, with 5 days added to approximate the solar year. Each period of 10 days was marked by the appearance of special groups of stars called the decans and the rise of stars. Sirius, the sunrise, which occurred around the all important annual flooding Nile decans could be seen spanning the heavens,
cosmic significance of Egyptians placed in 12 decades led them to develop a system in which each interval of darkness was divided into dozen equal parts. These periods became known as temporal hours because their duration varied according to the changing length of days and nights. With the passing of seasons, summer hours were long, winter ones short. Only at spring and autumn equinoxes were the hours of daylight and darkness equal temporal hours, which were first adopted by the Greeks and then the Romans disseminated them through Europe, remain in use for more than 2500 years. In order to track temporal hours during the day, inventors created sundials. इन्वेंटर ये वर्ड में पढ़िया सीगा किते इन्वेंटर इन्वेंशन हाँ देखो इन्वेंशन वर्ड पढ़िया सीगा सो देखो मैं वही जिद्दां कहा सी इन्वेंशन का भी सानू सिनोनिम ही दिता होना ना हाँ देखो इन्वेंशन क्रिएटेड मतलब इन्वेंटेड ठीक है की इन्वेंट किया उन्होंने सनडायल भी की सी ਟੈਂਪਰਲ ਆਵਰਸ ਨੂੰ ਟਰੈਕ ਕਰਨ ਦੇ ਲਈ ਮਤਲਬ ਕਿ ਟਾਈਮ ਕੀਪਿੰਗ ਡਿਵਾਈਸ ਸੀਗਾ ਸਨਡਾਇਲ ਰਾਈਟ ਹੁਣ ਇੱਕ ਤਾਂ ਸਾਨੂੰ ਮਿਲ ਗਿਆ ਇਨਵੈਂਸ਼ਨ ਹੋਈ ਆ ਠੀਕ ਹੈ ਟਾਈਮ ਕੀਪਿੰਗ ਦੀ ਵੀ ਗੱਲ ਇਹਦੇ ਵਿੱਚ ਹੋ ਗਈ ਆ ਸਨਡਾਇਲ ਟਾਈਮ ਟੂ ਟਰੈਕ ਟੈਂਪਰਲ ਆਵਰਸ ਠੀਕ ਹੈ ਇਹ ਦੋ ਤਾਂ ਸਾਨੂੰ ਮਿਲ ਗਏ ਹੁਣ ਅਸੀਂ ਇਹ ਦੇਖਣਾ ਕਿ ਕੋਲਡ ਟੈਂਪਰੇਚਰਸ ਦੀ ਗੱਲ ਇਹਦੇ ਵਿੱਚ ਕੀਤੀ ਹੈ ਕਿ ਨਹੀਂ ਕੀਤੀ ਹੈ ਠੀਕ ਹੈ ਅਸੀਂ ਅੱਗੇ ਰੀਡ ਕਰ ਲੈਂਦੇ ਹਾਂ ਇਹਨੂੰ which indicate time by the length or direction of the sun's shadow. The sundial's counterpart, the water clock, was designed to measure temporal hours at night. One of the first water clocks was a basin with a small hole near the bottom through which the water dripped out. The falling water level denoted the passing hours at it dipped below hour lines inscribed on the inner surface. Although these devices performed satisfactorily around the Mediterranean, they could not always be depended on in the cloudy and often freezing weather of North Europe. Okay, ये देखो cloudy and often freezing weather मिल गया सानू कोल्ड टैंपरेचर ठीक है ਹੁਣ ਇਹ ਵੀ ਮਿਲ ਗਿਆ ਹੁਣ ਅਸੀਂ ਦੇਖੋ ਸਟੇਟਮੈਂਟ ਨੂੰ ਐਗਜ਼ੈਕਟਲੀ ਪੜ੍ਹ ਲੈਂਦੇ ਕਿ ਉਹਨਾਂ ਨੇ ਕੀ ਕਿਹਾ ਸੀਗਾ ਕਿ ਉਹਨਾਂ ਨੇ ਇਨਵੈਂਟ ਕੀਤਾ ਟਾਈਮ ਕੀਪਿੰਗ ਡਿਵਾਈਸ ਯਾਨੀ ਕਿ ਸਨਡਾਇਲਸ ਠੀਕ ਹੈ ਅਤੇ ਜਿੱਦਾਂ ਸਟੇਟਮੈਂਟ ਅਸੀਂ ਪੜ੍ਹੀ ਵੀ ਸੀਗੀ ਕਿ अर्ਲੀ ਟਾਈਮ ਕੀਪਿੰਗ ਡਿਵਾਈਸ ਬਣਿਆ ਸੀਗਾ ਬਟ ਉਹਨੂੰ ਇਫੈਕਟ ਕੀਤਾ ਸੀ ਕੋਲਡ ਟੈਂਪਰੇਚਰ ਹੁਣ ਅਸੀਂ ਇਹ ਦੇਖ ਲੈਂਦੇ ਸੈਂਸ ਸਮਝ ਲੈਂਦੇ ਹਾਂ ਕਿ ਸੀਰੀਅਸਲੀ ਇਸ ਚੀਜ਼ ਨੇ ਇੰਪੈਕਟ ਪਾਇਆ ਉਹਦੇ 'ਤੇ ਆਪਣਾ ਕਿ ਨਹੀਂ ਪਾਇਆ ਹੁਣ ਦੇਖੋ ਇੱਥੇ ਲਾਈਨ ਆਪਾਂ ਪੜ੍ਹ ਲੈਂਦੇ ਹਾਂ ਦੇਖੋ although these devices performed satisfactorily around the Mediterranean they could not always be dependent on ਕੀ ਕਹਿੰਦੇ ਹਾਂ ਇਹ ਸੈਟਿਸਫੈਕਟਰੀਲੀ ਪਰਫੋਰਮ ਕਰਦੇ ਸੀ ਬਟ ਇਹਨਾਂ 'ਤੇ ਡਿਪੈਂਡ ਨਹੀਂ ਰਿਹਾ ਜਾ ਸਕਦਾ ਸੀਗਾ ਇਨ ਦਾ ਕਲਾਊਡੀ ਐਂਡ ਓਫਨ ਫਰੀਜ਼ਿੰਗ ਵੈਦਰ ਯਾਨੀ ਕਿ ਠੰਡ ਦੇ ਵਿੱਚ ਅਸੀਂ ਇਹਨਾਂ 'ਤੇ ਡਿਪੈਂਡ ਨਹੀਂ ਰਹਿ ਸਕਦੇ ਸੀਗੇ ਠੀਕ ਹੈ ਸੋ ਇਹਦੇ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਆ ਕਿ ਟਾਈਮ ਕੀਪਿੰਗ ਡਿਵਾਈਸ ਤਾਂ ਇਹਨਾਂ ਨੇ ਬਣਾਇਆ ਸੀਗਾ ਬਟ ਉਹਨੂੰ ਕਿਹੜੀ ਚੀਜ਼ ਅਫੈਕਟ ਕਰਦੀ ਸੀ ਕੋਲਡ ਟੈਂਪਰੇਚਰ ਸੋ ਠੀਕ ਹੈ ਸਾਨੂੰ ਹਰ ਇੱਕ ਚੀਜ਼ ਆਪਣੀ ਮਿਲ ਗਈ ਜਦੋਂ ਅਸੀਂ ਕੀਵਰਡ ਲੋਕੇਟ ਕਰ ਲਏ ਕੀਵਰਡ ਲੋਕੇਟ ਕਰਨ ਤੋਂ ਬਾਅਦ ਅਸੀਂ ਸੈਂਸ ਨੂੰ ਜ਼ਰੂਰ ਸਮਝਣਾ ਕਿ ਸੈਂਸ ਮੈਚ ਕਰ ਰਹੀ ਹੈ ਕਿ ਨਹੀਂ ਕਰ ਰਹੀ ਸੋ ਇਸ ਲਈ ਫਿਰ ਅਸੀਂ ਉਹਨੂੰ ਜਿੱਥੇ ਸਾਡੇ ਕੀਵਰਡ ਲੋਕੇਟ ਹੋ ਰਹੇ ਇੱਦਾਂ ਨਹੀਂ ਕਰਨਾ ਕਿ ਕੀਵਰਡ ਲੋਕੇਟ ਹੋ ਗਏ ਓਕੇ ਇਹੀ ਆਨਸਰ ਅੰਨੋ ਕੀਵਰਡ ਲੋਕੇਟ ਕਰਨ ਤੋਂ ਬਾਅਦ ਜਿੱਥੇ ਵੀ ਤੁਹਾਨੂੰ ਕੀਵਰਡ ਆਪਣੇ ਮਿਲੇ ਆ ਉੱਥੇ ਤੁਸੀਂ ਉਹਨੂੰ ਅੰਡਰਸਟੈਂਡ ਕਰਨਾ ਉਸਨੂੰ ਡੀਪਲੀ ਪੜ੍ਹਨਾ ਉਸ ਚੀਜ਼ ਨੂੰ ਜਿੱਥੇ ਤੁਹਾਡੇ ਕੀਵਰਡਸ ਲੋਕੇਟ ਹੋਏ ਆ ਸੋ ਦੈਟ ਤੁਸੀਂ ਉਹਦੀ ਸੈਂਸ ਮੈਚ ਕਰ ਪਾਓ ਵਰਡਸ ਐਗਜ਼ੈਕਟਲੀ ਤਾਂ ਕਦੇ ਨਹੀਂ ਮੈਚ ਕਰਦੇ ਤੁਸੀਂ ਹਮੇਸ਼ਾ ਕੀ ਮੈਚ ਕਰਨੀ ਹੈ ਉਹਦੀ ਸੈਂਸ ਸੋ ਸੈਂਸ ਜਿੱਦਾਂ ਹੀ ਮੈਚ ਹੋ ਗਈ ਤੁਹਾਡਾ ਆਨਸਰ ਉਹ ਆ ਜਾਣਾ ਜਿੱਦਾਂ ਇਹਦੇ ਵਿੱਚ ਸੈਂਸ ਮੈਚ ਕਰ ਗਈ ਠੀਕ ਹੈ ਕਿ ਆ ਬਣਾਏ ਗਏ ਸੀਗੇ ਤਾਂ ਵਧੀਆ ਬਟ ਫਿਰ ਵੀ ਆ ਜਿਹੜੀ ਠੰਡਾ ਮੌਸਮ ਸੀਗਾ ਕਲਾਊਡੀ ਐਂਡ ਓਫਨ ਫਰੀਜ਼ਿੰਗ ਵੈਦਰ ਠੀਕ ਹੈ ਉਹ ਇਹਨੂੰ ਕੀ ਕਰਦਾ ਸੀਗਾ ਅਫੈਕਟ ਕਰਦਾ ਸੀਗਾ ਕਿਉਂਕਿ ਅਸੀਂ ਇਹਨਾਂ 'ਤੇ ਡਿਪੈਂਡੈਂਟ ਨਹੀਂ ਰਹਿ ਸਕਦੇ ਸੀਗੇ ਕੋਲਡ ਟੈਂਪਰੇਚਰ ਦੇ ਵਿੱਚ ਠੀਕ ਹੈ ਜਿੱਦਾਂ ਕੋਲਡ ਟੈਂਪਰੇਚਰ ਦੀ ਗੱਲ ਕੀਤੀ ਹੈ ਕਲਾਊਡੀ ਐਂਡ ਫਰੀਜ਼ਿੰਗ ਵੈਦਰ ਸੋ ਪੈਰਾਗ੍ਰਾਫ ਜਿਹੜਾ ਡੀ ਹੈ ਇਹਦੇ ਵਿੱਚ ਗੱਲ ਕਿਹਦੀ ਕੀਤੀ ਗਈ ਆ ਆ ਡਿਸਕ੍ਰਿਪਸ਼ਨ ਆਫ अर्ਲੀ ਟਾਈਮ ਕੀਪਿੰਗ ਇਨਵੈਂਸ਼ਨ ਅਫੈਕਟਡ ਬਾਈ ਕੋਲਡ ਟੈਂਪਰੇਚਰ ਸੋ ਫਸਟ ਸਟੇਟਮੈਂਟ ਕਿਸ ਪੈਰਾਗ੍ਰਾਫ ਦੇ ਵਿੱਚ ਹੈਗੀ ਆ ਡੀ ਦੇ ਵਿੱਚ ਸੋ ਆਰ ਆਨਸਰ ਵਿਲ ਬੀ ਡੀ ਓਕੇ ਹੁਣ ਇਹ ਵੀ ਸਾਨੂੰ ਮਿਲ ਗਿਆ ਹੁਣ ਇਸ ਪੈਰਾਗ੍ਰਾਫ ਨੂੰ ਵੀ ਪੜ੍ਹਨ ਦੀ ਸਾਨੂੰ ਜ਼ਰੂਰਤ ਨਹੀਂ ਹੈ ਸੋ ਵੀ ਵਿਲ ਕ੍ਰੋਸ ਇਟ ਆਲਰਾਈਟ then चलते हैं नेक्स्ट डिस्क्रिप्शन ऑफ द रीजन ऑफ पेंडुलम क्लॉक ठीक है हम असी अगले पैराग्राफ्स पढ़ लेंगे पेंडुलम क्लॉक की कितने गल हुई है द एडवेंट ऑफ द मैकेनिकल क्लॉक meant that although it could be adjusted to maintain temporal hours it was naturally suited to keeping equal ones with these however arose the question of when to begin counting and so in the early 14th century a number of systems evolved the scheme that divided the day into 24 equal parts varied according to the start of the count. Italian hours began at sunset, Babylonian hours at sunrise,
astronomical hours at midday and Greek clock hours used for some large public clocks in Germany। ਹੁਣ ਇਹਦੇ ਵਿੱਚ ਪੈਂਡੂਲਮ ਦੀ ਗੱਲ ਤਾਂ ਨਹੀਂ ਹੋਈ ਬਟ ਇੱਥੇ ਅਲੱਗ-ਅਲੱਗ ਪਰਸਨਸ ਦੀ ਗੱਲ ਕਰ ਰਿਹਾ। ਦੇਖੋ ਇੱਥੇ ਅਸੀਂ ਚੀਜ਼ ਪੜ੍ਹੀ ਸੀ ਨਾ ਡਿਫਰੈਂਟ ਸੋਸਾਇਟੀਜ਼। ਹੁਣ ਇੱਥੇ ਦੇਖੋ ਡਿਫਰੈਂਟ ਸੋਸਾਇਟੀਜ਼ ਦੀ ਗੱਲ ਕੀਤੀ ਹੋਈ ਹੈ ਨਾ, ਇਟਾਲੀਅਨ, ਬੇਬੀਲੋਨੀਅਨ, ਗ੍ਰੀਕ, Germany, astronomical hours at midday, great clock hours, small clock और French hours। ਹੁਣ ਦੇਖੋ ਇਹ ਚੀਜ਼ ਸਾਨੂੰ ਇੱਥੇ ਮਿਲ ਗਈ ਪੜ੍ਹਦੇ ਪੜ੍ਹਦੇ। ਹੁਣ ਇਹ 'ਚ ਦੇਖੋ ਇੱਕ ਚੀਜ਼ ਸਾਨੂੰ ਲੱਭ ਗਈ ਹੈ ਡਿਫਰੈਂਟ ਸੋਸਾਇਟੀਜ਼ ਤਾਂ ਸਾਨੂੰ ਪਤਾ ਲੱਗ ਗਿਆ, ਬੇਬੀਲੋਨੀਅਨ ਸੀਗੇ ਇਹਦੇ ਵਿੱਚ, ਇਟਾਲੀਅਨ ਸੀਗੇ, ਠੀਕ ਹੈ, ਜਰਮਨੀ ਦੀ ਗੱਲ ਕੀਤੀ ਹੈ, ਫਰੈਂਚ ਆਵਰਸ ਦੀ ਗੱਲ ਕੀਤੀ ਹੈ। ਬਟ ਹੁਣ ਇਹ ਦੇਖਣਾ ਕਿ ਇਹਨਾਂ ਨੇ ਐਫਰਟਸ ਲਗਾਈ ਹੈ, ਕਾਹਦੇ ਲਈ ਐਫਰਟਸ ਲਗਾਉਣੀ ਸੀਗੀ ਕਿ ਕੈਲਕੂਲੇਟ ਟਾਈਮ ਨੂੰ ਕੈਲਕੂਲੇਟ ਕਰਨ ਦੇ ਲਈ ਯੂਜ਼ਿੰਗ ਯੂਨੀਫਾਰਮ ਆਵਰਸ। ਹੁਣ ਇਹ ਪੜ੍ਹ ਲੈਂਦੇ ਹਾਂ। ਹੁਣ ਜਦੋਂ ਦੇਖੋ ਇੱਥੇ ਸਾਡੇ ਕੀਵਰਡਸ ਲੋਕੇਟ ਹੋ ਗਏ, ਹੁਣ ਅਸੀਂ ਇਹਨੂੰ ਡੀਪਲੀ ਪੜ੍ਹ ਲਾਂਗੇ। ਫਿਰ ਬੈਕ ਜਾਂਦੇ ਹਾਂ। The advent of mechanical clock meant that although it could be adjusted to maintain temporal hours, it was naturally suited to keeping equal ones. With these, however, arose the question of when to begin counting. Okay, begin counting means calculate करना, ठीक है, begin counting। And so in the early 14th century a number of systems evolved। Okay, ਹੁਣ ਦੇਖੋ ਇੱਥੇ ਰੀਡ ਕਰੋ। with these however arose the question of when to begin counting। ਕਹਿੰਦੇ ਆ ਚੀਜ਼ ਬਣਾਈ ਤਾਂ ਗਈ ਸੀਗੀ, ਠੀਕ ਹੈ, it was naturally suited to keeping equal ones। ਕਿ ਇਹ ਜਿਹੜਾ ਮੈਕੈਨੀਕਲ ਕਲੋਕ ਬਣਾਇਆ ਗਿਆ ਸੀਗਾ, ਠੀਕ ਹੈ, ਉਹ ਸੂਟ ਤਾਂ ਕਰਦਾ ਸੀਗਾ ਕਿ ਇਕੁਅਲ ਵਨ ਜਿਹੜੇ ਹੈਗੇ ਆ ਟੈਂਪਰਲ ਆਪਾਂ ਆਵਰਸ ਰੱਖ ਸਕਦੇ ਹਾਂ। ਬਟ ਫਿਰ ਵੀ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਸੁਸਾਇਟੀਜ਼ ਹੈਗੀਆਂ ਆ, ਇਹ ਸੋਚਦੇ ਸੀ ਕਿ ਅਸੀਂ ਕਾਊਂਟਿੰਗ ਕਦੋਂ ਕਰੀਏ, ਠੀਕ ਹੈ, ਤਾਂ ਕਿ ਅਸੀਂ ਯੂਨੀਫਾਰਮ ਆਵਰਸ ਬਣਾ ਸਕੀਏ, ਠੀਕ ਹੈ। ਅਤੇ ਯੂਨੀਫਾਰਮ ਆਵਰ ਦਿੱਤਾ ਹੋਇਆ ਨਾ, ਯੂਨੀਫਾਰਮ ਆਵਰਸ ਦੇਖੋ ਜਿੱਦਾਂ ਇੱਥੇ ਦਿੱਤਾ ਗਿਆ, ਫੀਲ ਹੀ ਸਮਝਣੀ ਹੁੰਦੀਆਂ ਸੀ, ਐਗਜ਼ੈਕਟ ਕੀਵਰਡ ਨਹੀਂ ਲਿਖਿਆ ਹੋਣਾ, ਸਿਨੋਨਮਸ ਹੀ ਲਿਖੇ ਹੋਣੇ ਉਹਨਾਂ ਨੇ। ਜਿੱਦਾਂ ਡਿਫੀਕਲਟ ਆ ਦੇਖੋ ਡਿਫਰੈਂਟ ਸੁਸਾਇਟੀਜ਼ ਦੀ ਗੱਲ ਹੋ ਗਈ। ਦੈਨ with these however arose the question of when to begin counting ਕਿ ਅਸੀਂ ਕਦੋਂ ਕਾਊਂਟਿੰਗ ਕਰੀਏ ਤਾਂ ਕਿ ਅਸੀਂ ਇੱਕ ਟਾਈਮ ਨੂੰ ਅਕੋਰਡਿੰਗ ਨੂੰ ਕੈਲਕੂਲੇਟ ਕਰ ਪਾਈਏ ਉਸ ਅਕੋਰਡਿੰਗ, ਠੀਕ ਹੈ। ਸੋ ਇਨ 14th century अर्ली 14th century a number of systems evolved, ਠੀਕ ਹੈ, ਨੰਬਰ ਆਫ ਸਿਸਟਮ ਇਵੋਲਵਡ, ਅਲੱਗ-ਅਲੱਗ ਸਿਸਟਮ ਇਵੋਲਵ ਕੀਤੇ ਗਏ, ਬਣਾਏ ਗਏ, ਠੀਕ ਹੈ, ਜਿਨੇ ਕਿ ਦ ਸਕੀਮ ਦੈਟ ਡਿਵਾਈਡਡ ਦ ਡੇ ਇਨਟੂ 24 ਇਕੁਅਲ ਪਾਰਟਸ ਵੇਰੀਡ ਅਕੋਰਡਿੰਗ ਟੂ ਦ ਸਟਾਰਟ ਆਫ ਕਾਊਂਟ। ਹੁਣ ਦੇਖੋ ਉਹਨਾਂ ਨੇ ਅਲੱਗ-ਅਲੱਗ ਸੁਸਾਇਟੀਜ਼ ਨੇ ਜਿਹੜੇ 24 ਇਕੁਅਲ ਪਾਰਟਸ ਬਣਾ ਲਏ, ਠੀਕ ਹੈ, ਡੇਜ਼ ਦੇ, ਅਤੇ ਉਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਕਾਊਂਟ ਕਰਨਾ ਸਟਾਰਟ ਕਰ ਦਿੱਤਾ। ਇਟਾਲੀਅਨ ਨੇ ਸਨਸੈਟ ਟਾਈਮ, ਬੇਬੀਲੋਨੀਅਨ ਨੇ ਸਨਰਾਈਜ਼, ਠੀਕ ਹੈ, ਜਿਹਨਾਂ ਨੂੰ ਐਸਟਰੋਨੋਮੀਕਲ ਆਵਰਸ ਵੀ ਕਹਿੰਦੇ ਸੀ ਐਟ ਮਿਡਨਾਈਟ, ਐਂਡ ਗ੍ਰੀਕ ਕਲੋਕ ਆਵਰਸ। ਸੋ ਸਾਰੀਆਂ ਇਹਨਾਂ ਅਲੱਗ-ਅਲੱਗ ਸੁਸਾਇਟੀਜ਼ ਨੇ ਕੀ ਕੀਤਾ, ਕੈਲਕੂਲੇਟ ਟਾਈਮ ਨੂੰ ਕੈਲਕੂਲੇਟ ਕਰਨ ਦੇ ਲਈ ਅਲੱਗ-ਅਲੱਗ ਸਿਸਟਮ ਸ਼ੁਰੂ ਕਰ ਦਿੱਤੇ, ਠੀਕ ਹੈ, ਸਾਈਮਲਟੇਨੀਅਸ ਐਫਰਟਸ, ਠੀਕ ਹੈ। ਇਹਨਾਂ ਨੇ ਖੁਦ ਦੇ ਆਪਣੇ ਐਫਰਟਸ ਲਗਾਏ ਕਿ ਅਸੀਂ ਇੱਦਾਂ ਟਾਈਮ ਨੂੰ ਕੈਲਕੂਲੇਟ ਕਰਾਂਗੇ, ਠੀਕ ਹੈ। ਸੋ ਆਹ ਸਾਰੀਆਂ ਚੀਜ਼ਾਂ ਸਾਨੂੰ ਕਿੱਥੇ ਮਿਲ ਗਈਆਂ, ਪੈਰਾਗ੍ਰਾਫ ਈ ਦੇ ਵਿੱਚ, ਰਾਈਟ। ਸੋ ਸਾਨੂੰ ਆਪਣਾ ਆਨਸਰ ਵੀ ਇੱਥੇ ਮਿਲ ਗਿਆ। ਸੋ 4th ਸਟੇਟਮੈਂਟ ਪੈਰਾਗ੍ਰਾਫ ਈ, ਰਾਈਟ। ਸੋ ਇਹ ਸਾਨੂੰ ਆਨਸਰ ਮਿਲ ਗਿਆ। ਦੈਨ ਹੁਣ ਇਹਨੂੰ ਵੀ ਅਸੀਂ ਕੀ ਕਰ ਦਾਂਗੇ, ਕ੍ਰੋਸ। ਹੁਣ ਸਾਡੇ ਕੋਲ ਸਿਰਫ ਇੱਕ ਆਹੀ ਸਟੇਟਮੈਂਟ ਰਹਿ ਗਈ ਆ ਅਤੇ ਇਹਨੂੰ ਅਸੀਂ ਢੂੰਡਾਂਗੇ। ਚਲੋ ਨੈਕਸਟ ਅਸੀਂ ਪੜ੍ਹ ਲੈਂਦੇ ਹਾਂ। The earliest recorded weight-driven mechanical clock was built in 1283 in Bedfordshire in England. The revolutionary aspect of this new timekeeper was neither the descending weight that provided its motive force nor the gear wheels, which had been around at least 1300 years, that transferred the power. It was the part called escapement in the early 14th. Came the invention of coil spring or fusee, which maintained constant force through the gear wheels of the timekeeper despite the changing tension of its mainspring. By the 16th century a pendulum clock ਆ ਦੇਖੋ ਪੈਂਡੂਲਮ ਕਲੋਕ, ਠੀਕ ਹੈ, ਆ ਗਿਆ ਪੈਂਡੂਲਮ ਕਲੋਕ। ਪੈਂਡੂਲਮ ਕਲੋਕ ਦੀ ਗੱਲ ਕਿੱਥੇ ਕੀਤੀ ਗਈ ਹੈ, ਇੱਥੇ ਕੀਤੀ ਗਈ ਹੈ, ਰਾਈਟ। ਅੱਗੇ ਪੜ੍ਹ ਲੈਂਦੇ ਹਾਂ। ਹੁਣ ਪੈਂਡੂਲਮ ਕਲੋਕ ਤਾਂ ਮਿਲ ਗਿਆ, ਦੇਖਣਾ ਓਰੀਜਨ ਹੋਇਆ ਇਹਦਾ ਕਿ ਨਹੀਂ ਹੋਇਆ, ਇੱਥੇ ਹੋਇਆ ਓਰੀਜਨ ਕਿ ਕਿਤੇ ਹੋਰ ਇਹਦੇ ਓਰੀਜਨ ਦੀ ਗੱਲ ਕੀਤੀ ਗਈ ਹੈ। So by the 16th century a pendulum clock had been devised, okay, devised, ठीक है, ਇਹਦਾ ਮਤਲਬ ਕੀ ਆ, origin ਹੋਇਆ,
डिवाइस किया गया मतलब बनाया गया मतलब ਇਹਦਾ ओरिजिन किया गया। ठीक है, सो सिनोनिम सानू फाइंड हो गया कि 16th सेंचुरी ਦੇ ਵਿੱਚ ਪੈਂਡੂਲਮ ਕਲੋਕ किया बनाया गया सी। ਇਹਦਾ मतलब ਇਹਦਾ ओरिजिन कदों होया सी 16th सेंचुरी ਦੇ ਵਿੱਚ ਪੈਂਡੂਲਮ ਕਲੋਕ ਦਾ। सो साडा आंसर ਜਿਹੜਾ ਹੈਗਾ इस स्टेटमेंट ਦਾ ਇਹ ਵੀ ਸਾਨੂੰ ਮਿਲ ਗਿਆ। सो थर्ड स्टेटमेंट किस पैराग्राफ ਦੇ ਵਿੱਚ है? पैराग्राफ F। सो इस तरीके नाल असी अपने ये आंसर फाइंड आउट कर ले। ठीक है, सो ये एक चीज़ मैं जी तुहानूं दसना चाहूँगी ये है कि देखो जिद्दां फिल इन द ब्लैंक्स आंदे ना उहदे विच तां ईजी हुंदा आ कि सपोज तुहाडा आंसर फस्ट आंसर तुहानूं इत्थे मिल गया, दैन नैक्सट आंसर जिहड़े होणगे वो ओबवियसली अगे ही होणगे। ठीक है, इदां नहीं होगा कि बैक जाओगे, वो अगे ही होणगे। बट मैचिंग हैडिंग एंड मैचिंग स्टेटमेंट दे विच ये चीज़ आ कि तुहानूं नहीं पता कि कोई भी पैराग्राफ किसी भी स्टेटमेंट का हो सकता। हुण देखो जिद्दां असीं पैराग्राफ ई की गल करते पे सी, ये स्टेटमेंट 4 दे विच आया। ठीक है, स्टेटमेंट 4 की गल की गई है पैराग्राफ ई दे विच ते पैराग्राफ F की 3rd। सो मीनस वही है कि अगे पिछे चीज़ां हो सकदियां आ, सानू की है इदां ही करके कीवर्ड्स नूं अंडरलाइन करके कीवर्ड्स नूं लोकेट करना आना चाहिए। दैन जिथे कीवर्ड सानू अपने मिल गए उत्थे असी डीपली उन्होंने रीड करना है सो दैट असी अपने आंसर की सेंस नूं मैच करके देख सकीए स्टेटमेंट उस पैराग्राफ ने मैच करती पई है, एग्जैक्टली वो सेंस वो फील मैच करती पई है कि नहीं करती पई। सो इस तरीके नाल अगर तुसीं करोगे तो तुसीं अपने आंसर्स नूं ईजीली लोकेट कर पाओगे। सो मैं ये आंसर सॉल्व कर चुकी हूँ। हुण मैं देखूँगी कि ये आंसर्स की है।